ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਨਵਾਂ ਸਾਲ ਚੜ੍ਹ ਗਿਆ ਹੈ, ਪਰ ਵੇਲੇ ਦੀ ਗੱਲ 'ਚ ਗੱਲ ਅਸੀਂ ਪੁਰਾਣੀ ਹੀ ਕਰਾਂਗੇ, ਕਿਉਂਕਿ ਹਲੇ ਪੁਰਾਣੀ ਗੱਲ ਮੁੱਕੀ ਨਹੀਂ, ਨਵੀਂ ਛੇੜੀ ਨਹੀਂ ਜਾ ਸਕਦੀ। ਅਤੇ ਸਾਡੀ ਗੱਲਬਾਤ ਦਾ ਵਿਸ਼ਾ ਵੀ ਅੱਜ ਕਿਸਾਨਾਂ ਨਾਲ ਸੰਬੰਧਿਤ ਹੈ, ਪਰ ਇਹਦਾ ਥੋੜ੍ਹਾ ਸਟਾਰਟਿੰਗ ਜਿਹੜੀ ਦੀ ਸ਼ੁਰੂਆਤ ਅਸੀਂ ਇੱਦਾਂ ਕਰਾਂਗੇ ਵੀ ਇੰਨੇ ਔਖੇ ਹਾਲਾਤ 'ਚ ਵੀ ਕਿਸਾਨ ਉੱਤੇ ਚੜ੍ਹਦੀ ਕਲਾ 'ਚ ਨੇ, ਚਾਹੇ ਸਿੰਘੂ ਬਾਰਡਰ ਹੈ, ਗਾਜ਼ੀ ਬਾਰਡਰ ਹੈ, ਟਿਕਰੀ ਬਾਰਡਰ ਹੈ। ਅਤੇ ਸਾਡੇ ਨਾਲ ਜਿਹੜੇ ਇਸ 'ਤੇ ਗੱਲਬਾਤ ਕਰਨ ਲਈ ਮਹਿਮਾਨ ਨੇ, ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ ਨੇ। ਹਮੀਰ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ। ਹਮੀਰ ਜੀ, ਇਹ ਦੱਸੋ ਵੀ ਕਿਸਾਨ ਇਸ ਵੇਲੇ ਬੜੇ ਔਖੇ ਮੌਸਮ ਦੀ ਮਾਰ ਝੱਲ ਰਹੇ ਨੇ। ਚਲੋ ਉਹ ਤਾਂ ਉਹਨਾਂ ਦਾ ਸੁਭਾਅ 'ਚ ਹੀ ਹੈ, ਪਰ ਇੱਦਾਂ ਦਾ ਜਿਹੜਾ ਲੰਬਾ ਸੰਘਰਸ਼ ਬੜੀ ਦੇਰ ਬਾਅਦ, ਜਿਵੇਂ ਅਸੀਂ ਕਹਿੰਦੇ ਹਾਂ ਵੀ ਸ਼ੁਰੂ ਹੋਇਆ, ਅਤੇ ਚੜ੍ਹਦੀ ਕਲਾ 'ਚ ਵੀ ਨੇ, ਕਿਉਂਕਿ ਸੰਘਰਸ਼ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਉਹਨਾਂ ਦਾ ਚੜ੍ਹਦੀ ਕਲਾ 'ਚ ਕਿਸਾਨਾਂ ਦਾ ਰਹਿਣਾ ਬਹੁਤ ਜ਼ਰੂਰੀ। ਇਸ ਲਈ ਉਹ ਨਵੇਂ ਸਾਲ ਨੂੰ ਉਹਨਾਂ ਨੇ ਕਿੱਦਾਂ ਮਨਾਇਆ, ਇਹ ਦੱਸੋ। ਬਿਲਕੁਲ, ਜਿਵੇਂ ਨਾਰਮਲੀ ਸਾਡੇ ਇੱਕ ਵਿਰਾਸਤ ਦੇ ਵਿੱਚ ਹੈ, ਕਲਚਰ ਦੇ ਵਿੱਚ ਹੈ ਕਿ ਔਖਿਆਈ ਹੋਵੇ ਜਾਂ ਸੁਖਿਆਈ ਹੋਵੇ, ਅਤੇ ਉਹਦੇ ਲਈ ਕਰਨਾ ਇੱਕੋ ਤਰੀਕਾ ਹੁੰਦਾ ਕਿ ਜਸ਼ਨ ਦਾ ਮਾਹੌਲ ਹੀ ਹੁੰਦਾ। ਜਿਵੇਂ ਆਮ ਤੌਰ 'ਤੇ ਆਪਾਂ ਸ਼ਹੀਦੀ ਜੋੜ ਮੇਲ ਦੇਖਦੇ ਹਾਂ, ਫਤਿਹਗੜ੍ਹ ਸਾਹਿਬ ਵੀ ਦੇਖਦੇ ਹਾਂ, ਸ਼ਹਾਦਤ ਹੈ, ਬਹੁਤ ਮਾਸੂਮ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਦੁਬਾਰਾ ਚੜਾ ਦਿੱਤਾ, ਪਰ ਉਹਦੇ ਲਈ ਵੀ ਗੱਤਕਾ, ਉਹਦੇ ਲਈ ਵੀ ਉਸੇ ਤਰੀਕੇ ਦਾ ਨਗਰ ਕੀਰਤਨ ਕੱਢਿਆ ਜਾਂਦਾ। ਇਸੇ ਤਰ੍ਹਾਂ ਹੀ ਉੱਥੇ ਵੀ ਜਿਹੜਾ ਸਿੰਘੂ ਬਾਰਡਰ 'ਤੇ, ਟਿਕਰੀ ਬਾਰਡਰ 'ਤੇ ਜਿੱਥੇ ਕਿਸਾਨ ਬੈਠੇ ਹੋਏ ਨੇ, ਉਹ ਸਾਰੀਆਂ ਉਹਨਾਂ ਰਵਾਇਤਾਂ ਨੂੰ ਉਹਨਾਂ ਨੂੰ ਪੂਰਾ ਕਰ ਰਹੇ ਨੇ ਅਤੇ ਉਸੇ ਤਰੀਕੇ ਨਾਲ ਮਨਾ ਰਹੇ ਨੇ। ਰਾਤ ਨੂੰ ਇਹ ਇੱਕ ਐਤਕੀ ਮੁਹਾਵਰਾ ਹੀ ਚੱਲਿਆ, ਨਵਾਂ ਸਾਲ ਕਿਸਾਨ ਦੇ ਨਾਲ। ਸਾਰੇ ਲੋਕਾਂ ਨੇ, ਵੱਡੀ ਗਿਣਤੀ 'ਚ ਇੱਥੋਂ ਹੋਰ ਲੋਕ ਗਏ, ਜਿਹੜੇ ਈਵਨ ਮੁਲਾਜ਼ਮ ਗਏ, ਕੋਈ ਛੁੱਟੀਆਂ ਲੈ ਕੇ ਗਏ, ਕੋਈ ਵੱਖ-ਵੱਖ ਤਰ੍ਹਾਂ ਅੱਗੇ ਜਾਂਦੇ ਸੀ ਨਵਾਂ ਸਾਲ ਮਨਾਉਣ ਲਈ। ਆਪਾਂ ਸ਼ਿਮਲੇ ਚੱਲਦੇ ਹਾਂ, ਆਪਾਂ ਕਿਤੇ ਬਾਕੀ ਚੱਲਦੇ ਹਾਂ। ਐਤਕੀ ਰੁਝਾਨ ਨਵੇਂ ਸਾਲ ਦਾ ਇੱਧਰ ਹੋ ਗਿਆ ਸੀ, ਦਿੱਲੀ ਵੱਲ, ਔਰ ਉੱਥੇ ਬਹੁਤ ਸਾਰੇ ਗਾਇਕਾਂ ਨੇ ਆਪਣੇ ਗੀਤ ਵੀ ਗਾਏ, ਔਰ ਰਾਤ ਨੂੰ ਉਸੇ ਤਰੀਕੇ ਦੇ ਨਾਲ ਇੱਕ ਧਾਰਮਿਕ ਸ਼ੋਅ ਵੀ ਆਪਣੇ ਤਰੀਕੇ ਦੇ ਹੋਏ। ਅੱਜ ਉਹਨਾਂ ਨੇ ਫਿਰ ਬੜਾ ਵੱਡਾ ਫੈਸਲਾ ਕੀਤਾ ਸੀ, 1 ਤਰੀਕ ਨੂੰ ਸਵੇਰ ਤੋਂ ਹੁਣ ਅਜੇ ਨਗਰ ਕੀਰਤਨ ਕੱਢਿਆ ਜਾ ਰਿਹਾ, ਬੜੇ ਵੱਡੇ ਪੈਮਾਨੇ ਦੇ ਉੱਤੇ ਜਾਰੀ ਹੈ, ਅਤੇ ਪਹਿਲਾਂ ਫਤਿਹ ਦੀ ਅਰਦਾਸ ਕਰਨ ਤੋਂ ਬਾਅਦ ਅਤੇ ਉਹ ਨਗਰ ਕੀਰਤਨ ਨਿਕਲ ਰਿਹਾ ਹੈ। ਇਹ ਬਹੁਤ ਵੱਡੀਆਂ ਆਪਣੇ ਆਪ ਹੀ ਇੱਕ ਮਿਸਾਲ ਹੈ, ਮਤਲਬ ਪਹਿਲੀ ਵਾਰ ਹੈ ਖੈਰ ਕਿਸੇ ਐਡੇ ਵੱਡੇ ਪੰਜਾਬੀ ਕਲਚਰ ਦੇ ਵਿੱਚ ਤਾਂ ਆ ਕੇ ਕਿ ਲੋਕ ਧਰਨੇ 'ਤੇ ਆਰਜੀ ਪਿੰਡ ਬਣਾ ਕੇ ਬੈਠੇ ਨੇ, ਅਤੇ ਉੱਥੇ ਹੀ ਇਹ ਸਾਰੀਆਂ ਚੀਜ਼ਾਂ, ਖਾਸ ਤੌਰ 'ਤੇ ਕਿਉਂਕਿ ਜਿਹੜਾ ਦਸੰਬਰ ਦਾ ਮਹੀਨਾ ਵੀ ਸ਼ਹਾਦਤ ਦਾ ਮਹੀਨਾ ਸੀ, ਉੱਥੇ ਹੀ ਉਹਨਾਂ ਨੇ ਉਹ ਸਾਰੇ ਦਿਨ ਮਨਾਏ ਜਿਹੜੇ ਬਾਕੀ ਸੀਗੇ, ਅਤੇ ਨਵੇਂ ਸਾਲ ਦਾ ਵੀ ਮਨਾਇਆ। ਮੈਂ ਇੱਥੇ ਥੋੜ੍ਹਾ ਟੋਕੂੰਗਾ ਬਈ, ਜਿਹੜੇ ਦੂਜਿਆਂ ਰਾਜਾਂ ਦੇ ਲੋਕ ਆਏ ਹੋਏ ਨੇ ਇੱਥੇ, ਉਹ ਵੀ ਦੇਖਦੇ ਹੋਣਗੇ ਵੀ ਸੰਘਰਸ਼ ਕਿਵੇਂ ਚੜ੍ਹਦੀ ਕਲਾ 'ਚ ਲੜਿਆ ਜਾਂਦਾ, ਉਹ ਵੀ ਸਿੱਖ ਕੇ ਨਵੀਂ ਚੀਜ਼ ਤਾਂ ਜਾਣਗੇ। ਬਿਲਕੁਲ, ਇਹਦੇ ਨਾਲ ਸੱਭਿਆਚਾਰਾਂ ਦੀ ਇੱਕ ਦੂਜੇ ਦੇ ਨਾਲ ਜਾਣ ਪਛਾਣ ਵੀ ਹੁੰਦੀ ਹੈ ਕਿ ਕੋਈ ਕਿਵੇਂ ਕਿਸ ਤਰੀਕੇ ਦੇ ਨਾਲ ਕਰਦਾ। ਜਿਵੇਂ ਮੈਂ ਪਹਿਲਾਂ ਹੀ ਜਦੋਂ ਸੰਘਰਸ਼ ਸਟਾਰਟ ਹੋਇਆ, ਬਿਹਾਰ ਤੋਂ ਆਏ ਇੱਕ ਕਿਸਾਨ ਇਹ ਕਹਿ ਰਹੇ ਸੀਗੇ ਕਿ ਤੁਹਾਡੇ ਲਈ ਜਿਹੜਾ ਇਹ ਲੰਗਰ ਹੈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਉਹਦਾ ਕਾਰਨ ਇਹ ਹੈ ਵੀ ਅਸੀਂ ਘਰ ਤੋਂ ਰੋਟੀਆਂ ਲਿਆਉਂਦੇ ਹਾਂ, 4-5 ਦਿਨ ਦੀਆਂ ਲਿਆਉਂਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਬਲਮ ਆ ਜਾਂਦੀ ਹੈ। ਇਹ ਜਿਹੜੀ ਇੱਕ ਪ੍ਰਥਾ ਬੜੇ ਲੰਮੇ ਸਮੇਂ ਸਾਡੇ ਸੱਭਿਆਚਾਰ ਦੇ ਵਿੱਚ ਹੱਡਾਂ 'ਚ ਰਚੀ ਹੋਈ ਹੈ। ਕੋਈ ਵੀ ਬੰਦਾ ਜਾ ਕੇ ਜਿੱਥੇ ਮਰਜ਼ੀ ਲੰਗਰ ਸ਼ੁਰੂ ਕਰ ਦਿੰਦੇ ਨੇ, ਅਤੇ ਇਹ ਤਾਂ ਕੰਮ ਹੋਣਾ ਹੀ ਹੋਣਾ ਹੈ। ਇਹ ਇੱਕ ਦੂਜੇ ਦੇ ਨਾਲ ਬਹੁਤ ਸਿੱਖਣ, ਜਿਹੜੇ ਇਸੇ ਦਾ ਅਸਰ ਪੈਂਦਾ। ਜਿਵੇਂ ਸਪੋਜ਼ ਕਰੋ 25 ਤਰੀਕ ਤੋਂ ਉੱਥੇ ਨਾਕੇ ਤੋੜ ਕੇ ਚਲੇ ਗਏ ਨੌਜਵਾਨ, 26 ਨੂੰ ਚਲੇ ਗਏ, ਉਹਨੂੰ ਦੇਖ ਕੇ ਫਿਰ ਉੱਤਰਾਖੰਡ ਅਤੇ ਯੂਪੀ ਵਾਲਿਆਂ ਨੇ ਵੀ ਤੋੜਤੇ, ਉਹਨੂੰ ਦੇਖ ਕੇ ਕੱਲ੍ਹ ਸਿੰਘੂ ਬਾਰਡਰ ਵਾਲੇ ਵੀ ਫਿਰ ਤੋੜ ਕੇ, ਉਹ ਇੱਕ ਦੂਜੇ 'ਤੇ ਅਸਰ ਪੈਂਦਾ। ਉਹ ਸਾਰੀਆਂ ਚੀਜ਼ਾਂ ਦਾ ਪੈ ਰਿਹਾ। ਔਰ ਇਸੇ ਦੇ ਨਾਲ ਨਾਲ ਮੈਂ ਇੱਕ ਗੱਲ ਜੋੜਨਾ ਚਾਹੁੰਦਾ ਸੀ ਕਿ ਇੱਕ ਹੋਰ ਅੰਦੋਲਨ ਹੋਇਆ ਸੀ ਇਸ ਸਾਲ ਦੇ ਸ਼ੁਰੂ ਦੇ ਤੱਕ, ਉਹ ਆਇਆ 14 ਦਸੰਬਰ 2019 ਤੋਂ ਸ਼ੁਰੂ ਹੋਇਆ ਸੀ, ਸ਼ਾਹੀਨ ਬਾਗ ਦਾ ਅੰਦੋਲਨ। ਸ਼ਾਹੀਨ ਬਾਗ 'ਚ ਵੀ ਨਵਾਂ ਸਾਲ ਉਵੇਂ ਮਤਲਬ ਮਨਾਇਆ ਗਿਆ ਸੀ, ਪਰ ਇਹ ਹੋਰ ਟਾਈਪ ਦਾ ਰਿਵਾਜ ਸੀ, ਉੱਥੇ ਉਹ ਕਲਚਰ ਉਸ ਟਾਈਪ ਦਾ ਸੀ। ਸ਼ਾਹੀਨ ਬਾਗ ਤੋਂ ਪ੍ਰਭਾਵਿਤ ਹੋ ਕੇ ਵੀ ਜਿਹੜਾ ਤੇ ਔਰਤਾਂ ਦੀ ਅਗਵਾਈ ਦੇ ਵਿੱਚ ਓਡਾ ਵੱਡਾ ਅੰਦੋਲਨ, ਉਹ ਪਹਿਲਾ ਅੰਦੋਲਨ ਸੀ ਜਿੱਥੇ ਵੱਖ-ਵੱਖ ਜਗ੍ਹਾ ਵੀ ਉਹੋ ਜਿਹੇ ਸ਼ਾਹੀਨ ਬਾਗ ਸ਼ੁਰੂ ਹੋ ਗਏ ਸੀ, ਪਰ ਉਹ ਕਰੋਨਾ 'ਚ ਆ ਕੇ ਮਾਰਚ ਦੇ ਆਖਰੀ ਹਫ਼ਤੇ ਉਹਨੂੰ ਉਠਵਾ ਦਿੱਤਾ ਗਿਆ ਸੀ ਉਸ ਲੈਵਲ 'ਤੇ। ਚਾਹੇ ਸ਼ਹੀਨਬਾਦ ਦਾ ਬਾਗ ਦਾ ਸੀ ਅੰਦੋਲਨ, ਉਹ ਇੱਕ ਫਿਰਕੇ ਦਾ ਮੰਨਿਆ ਜਾਂਦਾ ਸੀ, ਕਿਸਾਨੀ ਅੰਦੋਲਨ ਵੀ ਸਿਰਫ ਕਿਸਾਨਾਂ ਦਾ ਮੰਨਿਆ ਜਾ ਰਿਹਾ, ਪਰ ਦੋਵਾਂ ਧਿਰਾਂ 'ਚ ਹੀ ਕੁਰਬਾਨੀ ਨੂੰ ਮਹਾਨ ਮੰਨਿਆ ਜਾਂਦਾ। ਉਹ ਵੀ ਫਿਰਕੇ ਦਾ ਨਹੀਂ ਸੀ ਵੈਸੇ, ਉਹਦੇ 'ਚ ਵੀ ਪੰਜਾਬ ਤੋਂ ਬਹੁਤ ਲੋਕ ਜਾਂਦੇ ਰਹੇ, ਆਲੇ ਦੁਆਲੇ ਲੋਕ। ਉਹ ਫਿਰਕੇ ਦਾ ਚਾਹੇ ਲੱਗ ਰਿਹਾ ਸੀ ਕਿ ਇੱਕ ਖਾਸ ਧਿਰ ਨੂੰ ਕਾਨੂੰਨ 'ਚੋਂ ਬਾਹਰ ਕੀਤਾ ਗਿਆ, ਪਰ ਸਪੋਰਟ ਉਹਦੇ ਨਾਲ ਵੀ ਕਾਫੀ ਜ਼ਿਆਦਾ ਦੂਜੇ ਤੀ। ਕਿਸਾਨੀ ਅੰਦੋਲਨ ਤਾਂ ਹੁਣ ਇਹ ਕਿਸਾਨੀ ਰਿਹਾ ਨਹੀਂ, ਆਪਾਂ ਦੇਖ ਰਹੇ ਹਾਂ ਇਹਦੇ 'ਚ ਤਾਂ ਹੁਣ ਮਜ਼ਦੂਰ, ਵਪਾਰੀ, ਬਾਕੀ ਮੁਲਾਜ਼ਮ,
ਉਹ ਸਾਰੇ ਲੋਕ ਹੀ ਆਉਣਾ ਸ਼ੁਰੂ ਹੋ ਗਏ। ਇਸੇ ਕਰਕੇ ਲੋਕ ਹੁਣ ਇਹਨੂੰ ਕਿਸਾਨ ਅੰਦੋਲਨ ਦੀ ਬਜਾਏ ਲੋਕ ਅੰਦੋਲਨ ਜਾਂ ਜਨ ਅੰਦੋਲਨ ਦੇ ਰੂਪ ਦੇ ਵਿੱਚ ਪੇਸ਼ ਉਸ ਰੂਪ ਦੇ ਵਿੱਚ ਕਰਨ ਲੱਗੇ ਨੇ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਗੌਰਮੈਂਟਾਂ ਸਾਹਮਣੇ ਤੇ ਬਾਕੀ ਕਿ ਕਿੰਨਾ ਸ਼ਾਂਤਮਈ ਅੰਦੋਲਨ ਹੈ। ਇਸੇ ਸ਼ਾਂਤਮਈ ਅੰਦੋਲਨ ਦੀ ਈਵਨ ਗਵਰਨਮੈਂਟ ਆਫ ਇੰਡੀਆ ਦੇ ਮੰਤਰੀਆਂ ਨੂੰ ਵੀ ਵਾਰ-ਵਾਰ ਮੀਟਿੰਗ 'ਚ ਕਹਿਣਾ ਪੈ ਰਿਹਾ ਵੀ ਇਹ ਤੁਹਾਡੀ ਕਮਾਲ ਹੈ ਕਿ ਇੰਨੇ ਵੱਡੇ ਗਿਣਤੀ 'ਚ ਬੰਦੇ ਹੋਣ ਤੇ ਉਹ ਸ਼ਾਂਤਮਈ ਹੋਣ। ਚੀਫ ਮਿਨਿਸਟਰ ਨੇ ਵੀ ਅੱਜ ਵੀ ਲਾਈਵ ਹੋ ਕੇ ਪੰਜਾਬ ਵਾਲੇ ਨੇ ਵੀ ਇਹ ਕਿਹਾ ਕਿ ਜੀ ਇਹ ਸ਼ਾਂਤਮਈ ਇੱਕ ਪ੍ਰਾਪਤੀ ਹੈ। ਇਹ ਐਡੇ ਵੱਡਾ ਅੰਦੋਲਨ ਜਿਹੜਾ ਹੈ ਉਹ ਪਰਿਵਰਤਨ ਕੀਤਾ ਉਹਨਾਂ ਲੋਕਾਂ ਦੇ ਦਿਮਾਗਾਂ 'ਚ ਕੀਤਾ। ਨਹੀਂ ਤਾਂ ਨੌਜਵਾਨ ਕਿਤੇ ਵੀ ਚਾਰ ਇਕੱਠੇ ਹੋ ਜਾਣ ਹੁੱਲੜਬਾਜੀ ਹੋ ਜਾਂਦੀ ਹੈ। ਨਵੇਂ ਸਾਲ ਤੇ ਕਿੰਨੀਆਂ ਹੁੰਦੀਆਂ ਰਹੀਆਂ ਨੇ ਸ਼ਹਿਰਾਂ ਦੇ ਵਿੱਚ ਜਾਂ ਇੱਧਰ ਉੱਧਰ ਹੋ ਜਾਂਦੀਆਂ ਨੇ ਤੇ ਤੁਸੀਂ ਕੋਈ ਹੁੱਲੜਬਾਜੀ ਉਸ ਲੈਵਲ 'ਤੇ ਨਹੀਂ ਦੇਖਦੇ। ਈਵਨ ਗਾਇਕ ਜਿਹੜੇ ਦੂਜੇ ਗਾਣੇ ਗਾਉਂਦੇ ਸੀ ਉਹ ਵੀ ਹੁਣ ਇਸੇ ਰੰਗ ਦੇ ਵਿੱਚ ਰੰਗੇ ਗਏ ਨੇ। 100 ਦਾ ਇੱਕ ਜੱਥਾ 2 ਦਿਨ ਪਹਿਲਾਂ ਉੱਥੋਂ ਆ ਗਿਆ, ਈਵਨ ਵੱਖ-ਵੱਖ ਦੇਸ਼ਾਂ ਤੋਂ ਆ ਗਿਆ, ਜਿਹੜਾ NRI ਦਿੱਲੀ ਚੱਲੋ ਦੇ ਸਲੋਗਨ ਦੇ ਤਹਿਤ ਹੋਰ ਵੀ ਆਉਣ ਵਾਲੇ। ਇਹਨਾਂ ਨੇ ਇਹ ਅੰਦੋਲਨ ਦੀ ਅਸਲ ਦੇ ਵਿੱਚ ਖਾਸੀਅਤ ਹੈ ਇਹਨੇ ਜੋੜਿਆ, ਇਹਨੇ ਮੁਹੱਬਤ ਵੰਡੀ ਹੈ ਨਫ਼ਰਤ ਦੇ ਮੁਕਾਬਲੇ। ਉਹ ਜਿਹੜੀ ਪੀਸਫੁਲ ਔਰ ਮੁਹੱਬਤ ਔਰ ਜੋੜ ਦੇ ਜਿਹੜਾ ਤਰੀਕਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਦੋਂ ਪਹਿਲਾਂ ਦੀ ਪੋਲੀਟਿਕਸ ਸਾਡੇ ਚੱਲ ਰਹੀ ਹੈ ਦੇਸ਼ ਦੇ ਵਿੱਚ, ਜਿਹੜੀ ਨਫ਼ਰਤੀ ਸਿਆਸਤ ਇੱਕ ਟਾਈਪ ਦੀ ਕਿ ਹਜੂਮ ਇਕੱਠਾ ਹੁੰਦਾ ਹੈ ਦੂਜੇ ਦੇ ਖਿਲਾਫ ਮਾਰ ਦਿੰਦਾ ਹੈ, ਕਿਸੇ ਧਰਮ ਨੂੰ ਅਲੱਗ ਹੋਣ ਕਰਕੇ, ਕਿਸੇ ਦੇ ਖਾਣ ਪੀਣ ਦੇ ਅਲੱਗ ਹੋਣ ਕਰਕੇ, ਕਿਸੇ ਦੀ ਮੁਹੱਬਤ 'ਚ ਮੁੰਡਾ ਕੁੜੀ ਆਪਸ ਮੈਰਿਜ ਕਰਾਉਣਾ ਚਾਹੁੰਦੇ ਨੇ ਉਹਦੇ ਕਰਕੇ। ਇਹ ਉਹਦੇ ਪੈਰਲਲ ਇੱਕ ਬਿਲਕੁਲ ਸੋਚ ਪ੍ਰਣਾਲੀ ਅਲੱਗ ਹੈ, ਇੱਕ ਜੀਵਨ ਜਾਂਚ ਅਲੱਗ ਹੈ। ਇਸ ਕਰਕੇ ਇਹਦਾ ਦਾਇਰਾ ਜਾਂ ਇਹਦਾ ਅਸਰ ਵੱਡਾ ਦਿਖਾਈ ਦਿੰਦਾ। ਤੇ ਜਿਵੇਂ ਤੁਸੀਂ ਕਿਹਾ ਵੀ ਇੱਕ ਦੂਜੇ ਨੂੰ ਜੋੜ ਰਿਹਾ ਹੈ ਸੰਘਰਸ਼, ਤੇ ਇਸ ਸੰਘਰਸ਼ ਦੀ ਜਿਹੜੀ ਖੁਸ਼ਬੂ ਆ ਉਹ ਸ਼ਹਿਰਾਂ 'ਚ ਵੀ ਫੈਲੀ ਹੈ। ਤੇ ਹਾਲ ਹੀ ਦੇ ਵਿੱਚ ਜਿਹੜਾ ਕੱਲ੍ਹ ਪਰਸੋਂ ਹਰਿਆਣੇ ਦੇ ਵਿੱਚ ਜਿਹੜੇ ਨਗਰ ਨਿਗਮਾਂ ਨਗਰ ਕੌਂਸਲਾਂ ਦੇ ਜਿਹੜੇ ਰਿਜ਼ਲਟ ਆਏ ਨੇ ਉਹ 'ਚ ਭਾਜਪਾ ਨੂੰ ਕਾਫੀ ਨੁਕਸਾਨ ਹੋਇਆ। ਇਹ ਤੋਂ ਪਤਾ ਲੱਗਦਾ ਜਿਹੜੀ BJP ਇਹ ਸਮਝਦੀ ਹੈ ਵੀ ਉਹਦਾ ਜਿਹੜਾ ਆਧਾਰ ਹੈ ਉਹ ਸਿਰਫ ਪਿੰਡਾਂ 'ਚ ਨਹੀਂ ਸਿਰਫ ਸ਼ਹਿਰਾਂ 'ਚ ਹੀ ਹੈ ਤੇ ਅਸੀਂ ਸ਼ਹਿਰਾਂ ਦੇ ਸਿਰ 'ਤੇ ਸਭ ਕੁਝ ਕਰ ਲਾਂਗੇ। ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਇਹ ਬਹੁਤ ਵੱਡਾ ਅਸਰ ਹੈ ਦਿਖਾਈ ਦੇ ਰਿਹਾ ਇਸ ਅੰਦੋਲਨ ਦਾ। ਪੰਜਾਬ 'ਚ ਤਾਂ ਪਹਿਲਾਂ ਹੀ ਹੋ ਗਿਆ ਸੀ ਇਹਦਾ ਅਸਰ, ਜਦੋਂ ਪਹਿਲਾਂ ਪੰਜਾਬ ਦੇ ਇੱਥੇ ਅੰਦੋਲਨ ਘਰਾਓ ਕਰਕੇ ਅਕਾਲੀ ਦਲ ਨੂੰ ਮਜਬੂਰ ਕਰਤਾ ਲੋਕਾਂ ਨੇ ਕਿ NDA 'ਚੋਂ ਬਾਹਰ ਆ ਤੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣ ਲਈ। ਤੇ ਜਦੋਂ ਮਜਬੂਰ ਕਰਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਅਸੈਂਬਲੀ ਸੈਸ਼ਨ ਸੱਦੋ ਤਾਂ ਇੱਕ ਵੀ ਪਾਰਟੀ ਦਾ ਬੰਦਾ ਉਹਦੇ ਖਿਲਾਫ ਨਹੀਂ ਜਾ ਸਕਿਆ। 115 ਦੇ 115 MLA ਨੂੰ ਇਹਦੇ ਵਿਰੋਧ ਦੇ ਵਿੱਚ ਮੱਤਾ ਪਾਉਣਾ ਪਿਆ ਕਾਨੂੰਨਾਂ ਦੇ, ਔਰ ਕਾਨੂੰਨ ਵੀ ਪਾਸ ਕਰਨੇ ਪਏ। BJP ਦੇ 2 ਨਹੀਂ ਆਏ MP। ਔਰ ਮੈਂ ਟੋਕੂੰਗਾ BJP ਦੇ ਨਹੀਂ ਆਏ। ਈਵਨ ਕੇਰਲ ਦੇ ਵਿੱਚ ਕੱਲ ਮਤਾ ਪਾਸ ਹੋਇਆ ਉਹ 'ਚ BJP ਦਾ ਇੱਕੋ ਇੱਕ ਬੰਦਾ ਸੀ, ਉਹ ਵੀ ਕਿਸਾਨ ਕਾਨੂੰਨ ਦੇ ਖਿਲਾਫ ਖੜਾ ਹੋਇਆ। BJP ਦਾ ਜਿਹੜਾ BJP ਦਾ ਕੇਰਲਾ ਤਾਂ ਇੱਕ ਐਸੇ ਇੱਕੋ ਨੁਮਾਇੰਦਾ ਸੀ ਔਰ ਉਹ ਘੱਟੋ ਘੱਟ ਅੰਦਰ ਉਹਦੇ ਖਿਲਾਫ ਵੋਟ ਨਹੀਂ ਪਾ ਕੇ ਉਹਦੇ ਨਾਲ ਹੋਇਆ। ਉਹ ਸਰਬਸੰਮਤੀ ਦੀ ਗੱਲ ਹੈ। ਇਹਦੇ ਤੋਂ ਇਹ ਅੰਦੋਲਨ ਦਾ ਅਸਰ ਦਿਖਾਈ ਦਿੰਦਾ ਹੈ ਜਾਂ ਲੋਕਾਂ ਦੀ ਪੀੜਾ ਜਿਹੜੇ ਸਰਕਾਰ ਇਹ ਕਹਿ ਰਹੀ ਹੈ ਲੋਕਾਂ ਨੂੰ ਸਮਝ ਨਹੀਂ ਆਇਆ ਹਜੇ ਜਾਂ ਬਾਕੀ ਦੀਆਂ ਚੀਜ਼ਾਂ ਨੇ। ਮੇਰੇ ਖਿਆਲ ਉਹ ਦਲੀਲ ਹੁਣ ਖਤਮ ਹੋ ਜਾਣੀ ਚਾਹੀਦੀ ਹੈ। ਤੇ ਤਾਮਿਲਨਾਡੂ ਦਾ ਵੀ ਅੱਜ ਹੁਣੇ ਆਏ ਇੱਕ ਸਟਾਲਿਨ ਨੇ ਕਿਹਾ DMK ਵਾਲੇ ਨੇ ਵੀ ਵਿਧਾਨ ਸਭਾ 'ਚ ਇਹਦੇ ਖਿਲਾਫ ਮਤਾ ਲਿਆਂਦਾ ਜਾਵੇ। ਨਹੀਂ ਹੋਣਗੀਆਂ, ਮੇਰਾ ਖਿਆਲ ਹੈ ਕਿ ਜਿਹੜੀਆਂ ਵੀ ਪਾਰਟੀਆਂ ਖੇਤਰੀ ਪਾਰਟੀਆਂ ਹੋਣਗੀਆਂ ਘੱਟੋ ਘੱਟ ਜਿਹੜੀਆਂ ਫੈਡਰਲ ਜਿਹੜੀਆਂ ਇਹ ਜਿਨ੍ਹਾਂ ਨੂੰ ਮਹਿਸੂਸ ਕਰਦੀਆਂ ਨੇ ਕਿ ਇਹਨਾਂ ਕਾਨੂੰਨਾਂ ਨੇ ਰਾਜਾਂ ਦੇ ਅਧਿਕਾਰ ਖੋਹ ਲੈਣੇ ਨੇ ਹੋਰ ਜਿੰਨੇ ਕੁ ਪਹਿਲਾਂ ਵੀ ਸੀ, ਉਹ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਉਸੇ ਲੈਵਲ 'ਤੇ ਕਰਨਾ ਪਏਗਾ। ਕੋਈ ਇੱਕ ਪਾਰਟੀ ਦਾ ਸਵਾਲ ਨਹੀਂ ਹੈ। ਜਿਹੜਾ ਸਵਾਲ ਇਹ ਹੈ ਹਰਿਆਣੇ ਦੇ ਵਿੱਚ ਆਇਆ, ਹਰਿਆਣੇ ਦੇ ਵਿੱਚ ਜਿਹੜੀ JJP ਹੈ ਉਹਦੇ 'ਤੇ ਸ਼ੁਰੂ ਤੋਂ ਹੀ ਇੱਕ ਪ੍ਰੈਸ਼ਰ ਹੈ ਕਿਉਂਕਿ ਉਹ ਬੁਨਿਆਦੀ ਤੌਰ 'ਤੇ ਉਹਦਾ ਵੋਟ ਬੈਂਕ ਜਾਟ ਵੋਟ ਬੈਂਕ ਮੰਨਿਆ ਜਾਂਦਾ ਰਿਹਾ ਉਸ ਲੈਵਲ ਦੇ ਉੱਤੇ। ਔਰ ਇਸੇ ਕਰਕੇ ਕੱਲ੍ਹ ਹਰਿਆਣਾ ਦਾ ਜਿਹੜਾ ਸਾਬਕਾ ਮੁੱਖ ਮੰਤਰੀ ਹੈ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਹੁਤੇ MLA ਇਸ ਸਰਕਾਰ ਦੇ JJP ਦੇ ਕਈ MLA ਤੇ BJP ਦੇ ਕਈ MLA ਕਿਸਾਨ ਅੰਦੋਲਨ ਦੀ ਹਮਾਇਤ ਕਰ ਚੁੱਕੇ ਨੇ। ਇਸ ਕਰਕੇ ਦੁਬਾਰਾ ਸੈਸ਼ਨ ਸੱਦੋ, ਸਰਕਾਰ ਘੱਟ ਗਿਣਤੀ ਦੇ ਵਿੱਚ ਰਹਿ ਗਈ ਹੈ। ਇਹ ਇੱਕ ਸਵਾਲ ਖੜਾ ਹੋ ਗਿਆ। ਔਰ ਵੋਟਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ 3 ਕਾਰਪੋਰੇਸ਼ਨਾਂ ਘੱਟੋ ਘੱਟ ਵੱਡੀਆਂ ਸੀ ਜਿੱਥੇ BJP ਦਾ ਦਬਦਬਾ ਹੈ, BJP ਜਿੱਥੇ ਸਾਰੇ MP ਵੀ ਜਿੱਤਦੀ ਹੈ ਤੇ ਸਾਰੇ ਮਤਲਬ ਲੋਕਲ ਤਾਂ ਜਿੱਤਦੀ ਉਹ ਹੈ। ਪੰਚਕੂਲਾ ਵੀ ਉਹਨੇ ਜਿੱਤਿਆ ਕੇਵਲ 2000 ਵੋਟ ਦੇ ਫਰਕ ਦੇ ਨਾਲ, ਜੇਕਰ ਜਿੱਤੀ ਵੀ ਆ ਇੰਨਾ ਗੈਪ ਪੈ ਗਿਆ। ਤੇ ਦੂਜਾ ਜਿਹੜਾ ਸੋਨੀਪਤ ਤੇ ਅੰਬਾਲਾ ਉਹ ਹਾਰ ਜਾਂਦੀ ਹੈ। ਇੱਕ ਤਾਂ 14000 ਤੋਂ ਵੱਧ ਉਹਦਾ ਮੇਅਰ ਜਿਹੜਾ ਉਸ ਲੈਵਲ ਤੇ ਹਾਰਿਆ। ਇਸ ਸੱਚਾਈ ਨੂੰ BJP ਦੇ ਅੰਦਰੋਂ ਲੀਡਰ ਇਹ ਮਹਿਸੂਸ ਕਰ ਰਹੇ ਨੇ। ਇੱਕ ਲੀਡਰ ਤਾਂ ਅਖਬਾਰਾਂ 'ਚ ਖਬਰਾਂ ਛਪੀਆਂ ਨੇ ਕਿ ਉਹ ਕਹਿ ਰਹੇ ਨੇ ਕਿ JJP ਸਾਡੇ ਲਈ ਲਾਇਬਿਲਟੀ ਬਣ ਗਈ, ਮਤਲਬ ਸਾਡੇ ਤੇ ਬੋਝ ਬਣ ਗਈ। ਉਹਦਾ ਕਾਰਨ ਇਹ ਵੀ ਜਿਹੜੇ ਸਾਡੇ ਸ਼ਹਿਰ ਨੇ, ਅਸੀਂ ਕੋਈ ਪੰਜਾਬ ਦੇ ਜਾਂ ਹਰਿਆਣੇ ਦੇ ਜਿਹੜੇ ਸ਼ਹਿਰ ਇਹ ਪਹਿਲਾਂ ਤੋਂ ਹੀ ਵੱਡੇ ਸ਼ਹਿਰ ਨਹੀਂ ਹੈ, ਪਿੰਡਾਂ 'ਚੋਂ ਹੀ ਜਾ ਕੇ ਲੋਕ ਇਹਦੇ 'ਚ ਵੱਸਦੇ ਨੇ। ਬਹੁਤੇ ਮੁਲਾਜ਼ਮ ਤਬਕਾ ਬਹੁਤ ਹੈ ਉਹ ਵੀ ਪਿੰਡਾਂ 'ਚੋਂ ਹੀ ਗਿਆ। ਦੂਜੀ ਗੱਲ ਹੁਣ ਸ਼ਹਿਰ ਦੇ ਹਰ ਖੇਤਰ ਦੇ ਬੰਦੇ ਨੂੰ ਵੀ ਇਹ ਸਮਝ ਆ ਗਈ ਹੈ, ਚਾਹੇ ਉਹ ਵਪਾਰੀ ਹੈ ਚਾਹੇ ਕੋਈ ਕਿੱਤਾ ਹੋਰ ਕਰਦਾ, ਉਹਨੂੰ ਵੀ ਲੱਗਦਾ ਕਿ ਜੇ ਇਸੇ ਤਰ੍ਹਾਂ ਦੇ ਕਾਨੂੰਨ ਲਾਗੂ ਹੋ ਗਏ, ਜ਼ਖੀਰੇਬਾਜ਼ੀਆਂ ਹੋ ਗਈਆਂ, ਬਾਕੀ ਸਾਡੀ ਜ਼ਿੰਦਗੀ 'ਤੇ ਵੀ ਅਸਰ ਪੈਣਾ।
ਇਸ ਕਰਕੇ ਚਾਹੇ ਉਹ ਪਿੰਡ ਚੋਂ ਨਹੀਂ ਵੀ ਆਇਆ, ਉਹ ਸ਼ਹਿਰੀ ਵੀ ਸੋਚਣ ਲੱਗ ਗਿਆ। ਤੇ ਇਹ ਰਿਜ਼ਲਟ ਇਹ ਦੱਸਦੇ ਨੇ ਕਿ ਇਹਦਾ ਅਸਰ ਕੇਵਲ ਪੇਂਡੂ ਵੋਟਾਂ ਤੇ ਜਾਂ ਪੇਂਡੂ ਖੇਤਰ ਤੇ ਨਹੀਂ ਹੈ। ਇਹੀ ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਹੋਏਗੀ ਕਿ ਇਹਦਾ ਅਸਰ ਇਕੱਲਾ ਪਹਿਲਾਂ ਕਹਿੰਦੇ ਸੀ ਪੰਜਾਬ ਤੱਕ ਹੈ, ਉਹ ਹਰਿਆਣਾ ਚਲਾ ਗਿਆ। ਫਿਰ ਕਹਿੰਦੇ ਸੀ ਚਲੋ ਪੰਜਾਬ ਹਰਿਆਣਾ ਇਕੱਠੇ ਹੋ ਗਏ, ਉਹ ਉੱਤਰਾਖੰਡ ਤੇ ਯੂਪੀ ਚਲਾ ਗਿਆ। ਫਿਰ ਕਹਿੰਦੇ ਚਲੋ ਉਹ ਹੋ ਗਏ, ਫਿਰ ਉਹ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਚਲਾ ਗਿਆ। ਤੇ ਫਿਰ ਕਹਿੰਦੇ ਚਲੋ ਉਹ ਹੋ ਗਏ, ਤੇ ਹੈਦਰਾਬਾਦ 'ਚ ਐਡੀ ਵੱਡੀ ਰੈਲੀ ਹੋਈ ਹੈ, ਕਰਨਾਟਕਾ ਦੇ ਵਿੱਚ ਐਡੀ ਵੱਡੀ ਰੈਲੀ, ਇਹ ਦੇਸ਼ ਵਿਆਪੀ ਫੈਲ ਰਹੀ ਹੈ। ਬਿਹਾਰ 'ਚ ਲਾਠੀਚਾਰਜ ਕੀਤਾ ਗਿਆ। ਬਿਹਾਰ 'ਚ ਕਿੰਨੇ ਲੈਵਲ ਤੇ ਲਾਠੀ ਚਾਰਜ ਕੀਤਾ, ਮਤਲਬ ਫੈਲ ਰਿਹਾ ਹੈ, ਇਹ ਖੜ ਨਹੀਂ ਰਿਹਾ। ਇਹਦੀ ਧਾਰਾ ਜਿਹੜੀ ਉਹ ਫੈਲ ਰਹੀ ਹੈ, ਔਰ ਜਿਵੇਂ ਜਿਵੇਂ ਫੈਲੇਗੀ ਉਵੇਂ ਉਵੇਂ ਗਵਰਨਮੈਂਟ ਨੂੰ ਪਰੇਸ਼ਾਨੀ ਹੋਏਗੀ। ਕਿਉਂਕਿ ਮੋਦੀ ਸਰਕਾਰ ਜਿਹੋ ਜਿਹੇ ਅੰਦੋਲਨਾਂ ਨਾਲ ਨਜਿੱਠਣ ਲਈ ਬਣੀ ਹੋਈ ਲੱਗਦੀ ਸੀ, ਉਹ ਸੀ ਕਿ ਅੰਦੋਲਨ ਤੇ ਬਲੇਮ ਕਰ ਦੋ, ਖਾਲਿਸਤਾਨੀ, ਅੱਤਵਾਦੀ, ਪਾਕਿਸਤਾਨੀ, ਬਾਕੀ ਬਾਹਰੋਂ ਪੈਸਾ ਜੇ ਉਹ ਇਹਦੇ ਨਾਲ ਚਿਪਕ ਨਹੀਂ ਰਿਹਾ ਇਸ ਅੰਦੋਲਨ ਦੇ ਨਾਲ। ਇਸ ਲਈ ਸਰਕਾਰ ਨੂੰ ਹੁਣ ਇਹ ਸਮਝ ਨਹੀਂ ਆ ਰਹੀ ਕਿ ਉਹ ਇਹਦੇ ਨਾਲ ਹੋਰ ਕੀ ਗੱਲ ਕਰੇ, ਕਿਸ ਤਰੀਕੇ ਦੀ ਸਿੱਝੇ ਕਿਵੇਂ ਇਸ ਅੰਦੋਲਨ ਦੇ ਨਾਲ। ਤੇ ਅਗਲਾ ਸਵਾਲ ਇਹਦੇ ਨਾਲ ਇੱਕ ਜੁੜਿਆ ਹੈ ਵੀ ਸਿੰਝੇ ਕਿਵੇਂ। ਹੁਣ 4 ਤਰੀਕ ਨੂੰ ਮੀਟਿੰਗ ਹੋਣੀ ਹੈ ਕਿਸਾਨਾਂ ਦੀ ਤੇ ਸਰਕਾਰ ਦੀ ਮੁੜ ਕੇ, ਤੇ ਅੱਜ ਹੁਣ ਵੀ ਰਿਵਿਊ ਮੀਟਿੰਗ ਚੱਲ ਰਹੀ ਹੈ, ਕਿਉਂਕਿ ਜਿਹੜੀ ਪਿੱਛੇ ਮੀਟਿੰਗ ਹੋਈ ਹੈ ਸਰਕਾਰ ਨਾਲ ਉਹਦਾ ਰਿਵਿਊ ਹੋਇਆ ਨਹੀਂ ਸੀ ਨਜ਼ਰਸਾਨੀ। ਹੁਣ ਉਹਦੀ ਮੀਟਿੰਗ ਇਸ ਵੇਲੇ ਉੱਥੇ ਚੱਲ ਰਹੀ ਹੈ ਸਿੰਘੂ ਬਾਰਡਰ ਤੇ 4 ਤਰੀਕ ਦੇ ਮੀਟਿੰਗ ਤੋਂ ਸਰਕਾਰ ਤੇ ਕਿਸਾਨਾਂ ਵਿਚਾਲੇ ਜਿਹੜੀ ਗੱਲਬਾਤ ਹੈ ਉਹ 'ਚ ਕੁਝ ਨਿਕਲਣ ਦੀ ਸੰਭਾਵਨਾ, ਕੁਝ ਆਸ ਰੱਖੀ ਜਾ ਸਕਦੀ ਹੈ। ਜਿਹੜੀ ਪਹਿਲਾਂ ਮੀਟਿੰਗ 30 ਦਸੰਬਰ ਦੀ ਹੋਈ ਹੈ, ਅਸਲ 'ਚ ਉਹਦੇ ਬਾਰੇ ਜੋ ਕਿਸਾਨ ਲੀਡਰਾਂ ਨੇ ਆ ਕੇ ਕਾਫੀ ਗੱਲਬਾਤ ਕੀਤੀ, ਕਾਫੀ ਹਾਂ ਪੱਖੀ ਰੁਖ ਅਪਣਾਇਆ ਕਿ ਹਾਂ ਲੱਗਦਾ ਸਰਕਾਰ ਦਾ ਰਵੱਈਆ ਬਹੁਤ ਉਹ ਸੀ। ਈਵਨ ਮੰਤਰੀ ਨੇ ਤਾਂ ਇਹੀ ਕਹਿਤਾ ਕਿ 50% ਮਾਮਲਾ ਹੱਲ ਹੋ ਗਿਆ, ਕਿਉਂਕਿ 2 ਅਸੀਂ ਉਹਨਾਂ ਦੀਆਂ ਗੱਲਾਂ ਮੰਨ ਲਈਆਂ, 2 ਰਹਿੰਦੀਆਂ ਨੇ। ਕਿਤੇ ਇਹ ਇਸ ਕਰਕੇ ਤਾਂ ਨਹੀਂ ਕਹਿ ਰਹੀ ਸੁਪਰੀਮ ਕੋਰਟ 'ਚ ਮੈਟਰ ਗਿਆ ਵਾ ਤੇ ਉੱਥੇ ਸ਼ੋਅ ਕਰ ਸਕਣ ਵੀ ਦੇਖੋ ਅਸੀਂ ਤਾਂ ਉਹਨਾਂ ਦੀਆਂ 50% ਮੰਨ ਲਈਆਂ ਨੇ, 50% ਉਹ ਅੜੇ ਹੋਏ ਨੇ। ਨਹੀਂ, ਸਵਾਲ ਇਹ ਨਹੀਂ, ਨਾ ਉਹ ਪਰਸੈਂਟੇਜ ਦਾ ਕੁਐਸਚਨ ਹੈ, ਪਰਸੈਂਟੇਜ ਹੈ ਹੀ ਨਹੀਂ। ਜਿੱਥੋਂ ਅੰਦੋਲਨ ਸ਼ੁਰੂ ਹੋਇਆ 3 ਖੇਤੀ ਦੇ ਕਾਨੂੰਨਾਂ ਤੋਂ, ਤੇ ਦੂਜੀਆਂ ਗੱਲਾਂ ਤਾਂ ਚਲਵੇਂ ਨਾਲ ਜੁੜੀਆਂ ਨੇ ਕਿ ਤੁਸੀਂ ਚਲਦੇ ਇੱਕ ਆਰਡੀਨੈਂਸ ਜਾਰੀ ਕਰਤਾ ਜਿਹੜਾ ਪੋਲੂਸ਼ਨ ਦੇ ਮਾਮਲੇ 'ਚ। ਕਿਉਂਕਿ ਸਰਕਾਰ ਨੂੰ ਲੱਗਦਾ ਸੀ ਵੀ ਇਹ ਅੰਦੋਲਨ ਤੇ ਹੋ ਸਕਦਾ ਹੈ, ਇਸ ਕਰਕੇ ਹੋ ਸਕਦਾ ਉਹਨੇ ਨਾਲ ਹੀ ਕਰਤਾ ਵੀ ਧਿਆਨ ਲੋਕਾਂ ਦਾ ਇੱਧਰ ਚਲਾ ਸੀ, ਇੱਧਰ ਕੰਮ ਕਰ ਜੀ ਆਪਣਾ। ਨਹੀਂ, ਇਹ ਸਵਾਲ ਹੀ ਨਹੀਂ, ਨਾ ਇਹਦੇ ਨਾਲ ਹੋਣਾ ਤੇ ਨਾ ਇਹ ਕੋਈ ਗੱਲ ਹੈ, ਨਾ ਇਹ ਪਰਸੈਂਟੇਜ ਹੈ ਕਿ 50% ਅਸੀਂ ਕਰਤੀ। 50 ਕੀ ਹੁੰਦੀ ਹੈ ਪਰਸੈਂਟੇਜ ਅਨੁਪਾਤਕ। ਇਸ ਲਈ ਕਿਸਾਨ ਆਗੂਆਂ ਤੋਂ ਵੀ ਜਿਹੜੀ ਗੱਲਬਾਤ ਬਾਹਰ ਆ ਕੇ ਜਿਹੜੀ ਅਨੁਪਾਤਿਕ ਉਹਦੇ ਤੋਂ ਜ਼ਿਆਦਾ ਮਤਲਬ ਵੱਡੇ ਪੱਧਰ ਤੇ ਉਹਨਾਂ ਤੋਂ ਜਿਹੜਾ ਹਾਂ ਪੱਖੀ ਰੁਖ ਦਿਖਾਇਆ ਗਿਆ ਨਾ ਵੀ ਸ਼ਾਇਦ 4 ਨੂੰ ਇਹ ਹੱਲ ਹੋ ਜਾਏਗਾ, ਇਹ ਵੀ ਕੋਈ ਬਹੁਤ ਜ਼ਿਆਦਾ ਹਕੀਕਤ ਦੇ ਨਾਲ ਮੈਚ ਕਰਦੀ ਗੱਲ ਨਹੀਂ ਹੈ, ਰਿਐਲਿਟੀ ਦੇ ਨੇੜੇ ਨਹੀਂ ਹੈ। ਇੰਨਾ ਜ਼ਿਆਦਾ ਕੋਈ ਇਸ ਤਰੀਕੇ ਦੇ ਨਾਲ ਗੱਲ ਨਿਬੜਨ ਵਾਲੀ ਨਹੀਂ ਹੈ 4 ਤਰੀਕ ਨੂੰ ਕਿ ਨਿਬੜ ਜੂਗੀ ਜੀ, ਪਤਾ ਨਹੀਂ ਕੀ ਬਿੱਲ ਵਾਪਸ ਲੈ ਲੈਣਗੇ। ਇੱਕ ਗੱਲ ਜ਼ਰੂਰ ਹੈ ਕਿ ਸਰਕਾਰ ਤੇ ਦਬਾਅ ਹੈ, ਸਰਕਾਰ ਦਬਾਅ ਕਰਕੇ ਕੁਝ ਅੰਸ਼ਕ ਤੌਰ ਤੇ ਕੁਝ ਚੀਜ਼ਾਂ ਅੱਗੇ ਵਧਣ ਦੀ ਗੱਲ ਕਰਦੀ ਹੈ। ਉਹਨੇ ਕਿਸਾਨਾਂ ਨੂੰ ਫਿਰ ਇਹ ਕਿਹਾ ਕਿ ਤੁਸੀਂ ਰਿਪੀਲ ਦੀ ਬਜਾਏ, ਵਾਪਸ ਲੈਣ ਦੀ ਬਜਾਏ ਕੋਈ ਹੋਰ ਰਸਤਾ ਦੱਸੋ, ਜਿਹੜੀ ਕਿ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ ਕਿ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਨਿਪਟਾ ਲਈਏ। ਪਰ ਇਹ ਐਡਾ ਸੌਖਾ ਨਹੀਂ ਹੈ। ਕਾਰਨ ਇਹ ਹੈ ਕਿ ਅਜੇ ਤੱਕ ਤਾਂ ਪ੍ਰਧਾਨ ਮੰਤਰੀ ਨੇ ਖੁਦ ਮੀਟਿੰਗ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਹਜੇ ਤੱਕ ਬੀਜੇਪੀ ਦੇ ਆਗੂ ਤੇ ਸਮੇਤ ਪ੍ਰਧਾਨ ਮੰਤਰੀ ਇਹਨਾਂ ਬਿੱਲਾਂ ਨੂੰ ਖੇਤੀ ਔਰ ਕਿਸਾਨੀ ਦੀ ਕਿਸਮਤ ਬਦਲਣ ਵਾਲੇ ਕਹਿ ਰਹੇ ਨੇ। ਹਜੇ ਤੱਕ ਉਹਨਾਂ ਨੇ ਇਹਦੇ ਤੇ ਰਿਜ਼ਰਵੇਸ਼ਨ ਵੀ ਨਹੀਂ ਲਾਈ ਵੀ ਜੇ ਤੁਸੀਂ ਨਹੀਂ ਤਿਆਰ ਚਲੋ ਕੋਈ ਗੱਲ ਨਹੀਂ ਆਪਾਂ ਗੱਲ ਕਰ ਲੈਂਦੇ ਹਾਂ। ਔਰ ਨਹੀਂ ਤਾਂ ਐਡਾ ਵੱਡਾ ਸੰਕਟ ਹੋਵੇ, ਦੇਸ਼ ਦੇ ਕਿਸਾਨ ਐਸੀ ਠੰਡ ਦੇ ਵਿੱਚ ਮੋਰਚਿਆਂ ਤੇ ਹੋਣ ਤੇ ਪ੍ਰਧਾਨ ਮੰਤਰੀ ਰੋਜ਼ ਭਾਸ਼ਣ ਕਰਦੇ ਨੇ, ਕਦੇ ਕਿਸੇ ਨੂੰ ਮਿਲਦੇ ਵੀ ਨੇ ਤੇ ਇਹਨਾਂ ਨਾਲ ਗੱਲ ਵੀ ਨਾ ਕਰਦੇ ਹੋਣ। ਉਸ ਐਟੀਟਿਊਡ 'ਚੋਂ ਇਹ ਲੱਗਦਾ ਕਿ ਨਹੀਂ ਆ ਜੇ ਉਸ ਲੈਵਲ ਤੇ ਕੁਝ ਗੱਲ ਜਾਣ ਦੀ। ਠੀਕ ਹੈ, ਕੋਰਟ ਦਾ ਰਸਤਾ ਹੈਗਾ ਔਰ ਕੋਰਟ 5 ਤਰੀਕ ਨੂੰ ਸ਼ਾਇਦ ਸੁਣਵਾਈ ਵੀ ਹੋਵੇ ਇਸੇ ਜਿਹੜੇ ਇਸ਼ੂ ਤੇ। ਜੇ ਸਰਕਾਰ ਅਜੇ ਵੀ ਚਲਾਕੀ ਦੇ ਰੂਪ ਦੇ ਵਿੱਚ ਟਰਾਈ ਕਰੇ ਕਿ ਕੋਰਟ ਦੇ ਰਾਹੀਂ ਇਸ ਅੰਦੋਲਨ ਤੇ ਕੋਈ ਨਾ ਕੋਈ ਰੋਕ ਜਾਂ ਕੁਝ ਲਵਾਇਆ ਜਾਏ, ਕਿਉਂਕਿ ਅਦਾਲਤ ਨੇ ਜਦੋਂ ਪਹਿਲੀ ਸੁਣਵਾਈ ਹੋਈ ਸੀ ਚੀਫ ਜਸਟਿਸ ਦੀ ਅਗਵਾਈ 'ਚ, ਉਦੋਂ ਇਹ ਤਾਂ ਕਿਹਾ ਸੀ ਕਿ ਕਿਸਾਨਾਂ ਦਾ ਜਿਹੜਾ ਪੀਸਫੁਲ ਸੰਘਰਸ਼ ਹੈ ਉਹਨਾਂ ਦਾ ਹੱਕ ਹੈ। ਪਰ ਜਦੋਂ ਦੂਜਾ ਮੇਜਰ ਸਵਾਲ ਆਇਆ ਸੀ, ਵੱਡਾ ਸਵਾਲ ਇਹ ਆਇਆ ਸੀ ਜਦੋਂ ਵਕੀਲ ਨੇ ਇਹ ਕਿਹਾ ਕਿ ਇਹ ਧਰਨਾ ਤਾਂ ਦੇ ਰਹੇ ਨੇ ਨਾ ਕਿ ਇਹ ਕਾਨੂੰਨ ਨੇ, ਇਹਨਾਂ ਕਾਨੂੰਨਾਂ ਨੂੰ ਕਿਹਾ ਜਾ ਰਿਹਾ ਕਿ ਗੈਰ ਸੰਵਿਧਾਨਕ ਨੇ, ਕੇਂਦਰ ਸਰਕਾਰ ਨਹੀਂ ਕਾਨੂੰਨ ਬਣਾ ਸਕਦੀ, ਪਹਿਲਾਂ ਉਹਨੂੰ ਹੱਲ ਕਰ ਲਓ। ਤਾਂ ਅਦਾਲਤ ਨੇ ਇਹ ਕਿਹਾ ਸੀ ਉਸ ਸਮੇਂ ਕਿ ਨਹੀਂ, ਉਹ ਮਾਮਲਾ ਨਹੀਂ ਅਜੇ ਅਸੀਂ ਛੇੜਨਾ, ਅਜੇ ਤਾਂ ਅਸੀਂ ਕੇਵਲ ਧਰਨੇ ਦੇ ਬਾਰੇ ਗੱਲ ਕਰ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਉਹ ਮਾਮਲੇ ਤੇ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਅੰਦੋਲਨ ਦਾ ਕੀ ਹੋਏਗਾ ਕਿਸੇ ਵੀ ਰੂਪ 'ਚ। ਵੱਡੀ ਗੱਲ ਹੁਣ ਸਾਡੇ ਸਾਹਮਣੇ ਇਹ ਹੈ ਕਿ ਸਰਕਾਰ ਆਪਣੇ ਨੱਕ ਦਾ ਸਵਾਲ ਬਣਾ ਕੇ ਜਾਂ ਉਹਦੇ ਪਿੱਛੇ ਕਾਰਪੋਰੇਟ ਦੀ ਇੱਕ ਤਾਕਤ ਖੜੀ ਹੈ, ਉਦੋਂ ਵਿਡਰਾ ਨਹੀਂ ਕਰਨਾ ਚਾਹੁੰਦੀ। ਤੇ ਕਿਸਾਨ ਆਗੂ ਚਾਹਣ ਵੀ
ਤਾਂ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਦੀ ਮਾਨਸਿਕਤਾ ਬਣ ਗਈ ਕਿ ਇਦੋਂ ਘੱਟ ਅਸੀਂ ਵਾਪਸ ਨਹੀਂ ਜਾਣਾ, ਅਜੇ ਤੱਕ ਕਿਸਾਨ ਆਗੂ ਵੀ ਇਹੀ ਕਹਿ ਰਹੇ ਨੇ, ਪਰ ਜੇ ਇਨ ਕੇਸ ਕਦੇ ਚਾਹਣ ਵੀ ਤਾਂ ਉਹਨਾਂ ਦੀ ਇਹ ਸਮੱਸਿਆ ਖੜੀ ਹੈ ਕਿ ਉਹ ਫਿਰ ਇਹ ਸਮਝੌਤਾ ਕਰਕੇ ਕਿਵੇਂ ਜਾਣ। ਇੱਥੇ ਖੜੀ ਹੈ ਜਮਹੂਰੀਅਤ ਦੇ ਵਿੱਚ। ਸਵਾਲ ਤਾਂ ਕੇਵਲ ਇਹੀ ਹੈ, ਇੱਕੋ ਹੀ ਰਸਤਾ ਹੈ, ਕਿਸਾਨ ਆਗੂਆਂ ਨੂੰ ਵੀ ਸੰਕਟ 'ਚ ਨਾ ਸਰਕਾਰ ਪਾਵੇ ਉਸ ਪੱਧਰ ਦੇ ਉੱਤੇ। ਸਰਕਾਰ ਵੱਡਾ ਦਿਲ ਕਰਕੇ ਇਹਨਾਂ ਤੋਂ ਵਿਡਰਾ ਕਰੇ, ਕਿਉਂਕਿ ਲੋਕਾਂ ਲਈ, ਜਿਹੜੇ ਸਾਰੇ ਲੋਕਾਂ ਲਈ ਤੁਸੀਂ ਕਾਨੂੰਨ ਬਣਾ ਰਹੇ ਹੋ, ਔਰ ਉਹਨਾਂ ਲੋਕ ਇਹ ਸਮਝਦੇ ਨੇ ਵੱਡੀ ਗਿਣਤੀ ਦੇ ਵਿੱਚ ਕਿ ਅਸੀਂ ਨਹੀਂ ਇਹਨਾਂ ਨੂੰ ਪ੍ਰਵਾਨ ਕਰਦੇ, ਤਾਂ ਤੁਸੀਂ ਵਿਡਰਾ ਕਰ ਲਓ। ਇਹਦੇ 'ਚ ਹੇਠੀ ਥੋੜੀ ਹੁੰਦੀ ਹੈ, ਸਗੋਂ ਲੋਕਤੰਤਰ ਮਜ਼ਬੂਤ ਹੁੰਦਾ ਹੈ। ਲੋਕਤੰਤਰ ਲੋਕਾਂ ਦਾ ਹੀ ਰਾਜ ਹੈ ਨਾ, ਲੋਕਾਂ ਦੀ ਰਾਏ ਹੀ ਚੱਲਣੀ ਚਾਹੀਦੀ ਹੈ। ਉੱਥੇ ਚੁਣੇ ਹੋਏ 4 ਨੁਮਾਇੰਦਿਆਂ ਦੀ ਕਿਉਂ ਚੱਲਣੀ ਚਾਹੀਦੀ ਹੈ? ਨੁਮਾਇੰਦੇ ਓਨੀ ਦੇਰ ਹੁੰਦੇ ਨੇ ਜਿੰਨੀ ਦੇਰ ਲੋਕ ਕਹਿੰਦੇ ਨੇ ਕਿ ਸਾਡੇ ਮੁਤਾਬਕ ਤੁਸੀਂ ਕੰਮ ਕਰਦੇ ਹੋ। ਜਿੱਦਣ ਲੋਕ ਉਹਨਾਂ ਦੀ ਨੀਅਤ ਤੇ ਉਹਨਾਂ ਦੀ ਨੀਤੀ ਤੇ ਸਵਾਲ ਖੜੇ ਕਰ ਦੇਣ, ਉਹਨਾਂ ਦੀ ਨੁਮਾਇੰਦਗੀ ਅਖਲਾਕੀ ਤੌਰ ਤੇ ਉਹ ਇੱਕ ਟਾਈਪ ਦੀ ਸਪੋਰਟ ਵਿਡਰਾ ਕਰ ਲੈਂਦੇ ਨੇ, ਵਾਪਸ ਲਈ ਹੁੰਦੀ ਹੈ। ਇਹ ਟੈਕਨੀਕਲਿਟੀ ਹੈ ਸਾਡੇ, ਕਿਉਂਕਿ ਵਾਪਸ ਬਣਾਉਣ ਦਾ ਹੱਕ ਹੈ ਨਹੀਂ ਚੁਣੇ ਨੁਮਾਇੰਦੇ ਨੂੰ। ਇਸ ਲਈ 5 ਸਾਲ ਉਹ ਜੋ ਮਰਜ਼ੀ ਕਰਦੇ ਰਹਿਣ। ਇਸੇ ਲਈ ਚੋਣ ਸੁਧਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਬਾਰ-ਬਾਰ ਕਿ ਜੇ ਤੂੰ ਇੱਛਾ ਮੁਤਾਬਕ ਕੰਮ ਨਹੀਂ ਕਰੇਗਾ ਤੈਨੂੰ ਸਮੇਂ ਤੋਂ ਪਹਿਲਾਂ ਵੀ ਵਾਪਸ ਬੁਲਾਇਆ ਜਾ ਸਕਦਾ ਹੈ। ਇਹਦੇ 'ਚੋਂ ਹੀ ਅੱਗੇ ਗੱਲਾਂ ਜਿਹੜੀਆਂ ਅੰਦੋਲਨ 'ਚੋਂ ਨਿਕਲਣਗੀਆਂ, ਪਰ 4 ਤਰੀਕ 'ਚ ਮੈਨੂੰ ਨਹੀਂ ਇਹ ਉਮੀਦ ਲੱਗਦੀ ਕਿ ਉਹ ਵਾਪਸ ਕਰਨ ਤੱਕ ਚਲੀ ਜਾਏਗੀ। ਵਾਪਸ ਕਰਨ ਤੋਂ ਬਿਨਾਂ ਸਮਝੌਤਾ ਸੰਭਵ ਦਿਖਾਈ ਨਹੀਂ ਦਿੰਦਾ ਹਜੇ। ਦੋਸਤੋ, ਹਮੀਰ ਸਿੰਘ ਦੀਆਂ ਤੁਸੀਂ ਗੱਲਾਂ ਸੁਣੀਆਂ, ਬੜੀਆਂ ਅਹਿਮ। ਬਸ ਗੱਲ ਹੁਣ ਇੱਥੇ ਟਿਕੀ ਹੈ, ਸੰਘਰਸ਼ ਸ਼ਾਂਤੀ ਤੇ ਚੜ੍ਹਦੀ ਕਲਾ। ਸੰਘਰਸ਼ ਲੰਬਾ ਵੀ ਹੋ ਸਕਦਾ ਹੈ। ਧੰਨਵਾਦ।